कहाँ बुद्ध प्रभ तुच्छ हमारी, बरन सके महिमा जो तिहारी। हम ना सकत कर सिफत तुम्हारी, आप ले हो तुम कथा सुधारी। आप ले हो तुम कथा सुधारी। सन्मानयोग गुरु जी की साजी हुई गुरु प्यारी संगत जी, ਵੱਡੇ ਭਾਗ ਹਨ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿੰਨਾਂ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਇਹ ਅੰਮ੍ਰਿਤ ਵੇਲੇ ਜਗਾਇਆ ਹੈ ਤੇ ਗੁਰੂ ਕੀ ਸੰਗਤ ਵਿੱਚ ਲਿਆ ਕੇ ਬਿਠਾ ਦਿੱਤਾ ਹੈ। ਇਹ ਉਸ ਦੀ ਕਿਰਪਾ ਹੈ। ਸੋ ਆਓ ਆਪਾਂ ਨਿੱਤ ਦੇ ਵਾਂਗ ਹੀ ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। ਸਨਿਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ 728 ਅੰਗ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਰਾਗ ਹੈ ਸੂਹੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋ ਪਾਵਨ ਬਚਨ ਹੁੰਦੇ ਨੇ ਉਹ ਇਨਸਾਨ ਦੇ ਮਨ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਉਂਦੇ ਨੇ। ਇਸ ਸ਼ਬਦ ਦੇ ਅੰਦਰ ਨਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਨਸਾਨ ਜੋ ਵੀ ਕਰਦਾ ਹੈ ਨਾ, ਸਭ ਤੋਂ ਪਹਿਲਾਂ ਉਹਦਾ ਪ੍ਰਭਾਵ ਇਨਸਾਨ ਦੇ ਆਪਣੇ ਮਨ ਤੇ ਪੈਂਦਾ ਹੈ। ਕੋਈ ਵੀ ਚੀਜ਼ ਜਦੋਂ ਤੁਸੀਂ ਕਰਦੇ ਹੋ, ਕੋਈ ਵੀ ਕਰਮ ਕਰਦੇ ਹੋ, ਚਾਹੇ ਤੁਸੀਂ ਬੋਲਦੇ ਹੋ, ਚਾਹੇ ਤੁਸੀਂ ਸੁਣਦੇ ਹੋ, ਚਾਹੇ ਤੁਸੀਂ ਚੱਲਦੇ ਹੋ, ਕੋਈ ਵੀ ਕਰਮ, ਚਾਹੇ ਤੁਸੀਂ ਸੋਚਦੇ ਹੋ, ਇੱਥੋਂ ਤੱਕ ਕਿ ਸਭ ਤੋਂ ਪਹਿਲਾਂ ਇਹਦਾ ਪ੍ਰਭਾਵ ਤੁਹਾਡੇ ਤੇ ਹੀ ਪਵੇਗਾ, ਫਿਰ ਇਹ ਦੂਜਿਆਂ ਤੇ ਪਵੇਗਾ। ਤਾਂ ਇਸ ਕਰਕੇ ਜੇਕਰ ਕਰਮਾਂ ਦਾ ਪ੍ਰਭਾਵ ਸਾਡੇ ਉੱਪਰ ਪੈਂਦਾ ਹੈ ਤਾਂ ਫਿਰ ਸੋਹਣੇ ਕਰਮ ਕਰਨੇ ਚਾਹੀਦੇ ਨੇ। ਸਿੱਧੀ ਸਿੱਧੀ ਗੱਲ ਜਿਹੜੀ ਹੈ, ਪਰ ਇਨਸਾਨ ਇਵੇਂ ਸਮਝਦਾ ਨਹੀਂ। ਹੁਣ ਇਨਸਾਨ ਨੂੰ ਸਮਝ ਨਹੀਂ ਲੱਗਦੀ। ਦੇਖੋ ਕੋਈ ਵੀ ਚੀਜ਼ ਹੈ, ਤੁਸੀਂ ਜਦੋਂ ਉਹਨੂੰ ਕਰਦੇ ਹੋ ਤੇ ਉਹਦਾ ਪ੍ਰਭਾਵ ਜਿਹੜਾ ਹੈ ਤੇ ਉਹ ਤੁਹਾਡੇ ਮਨ ਤੇ ਪਵੇਗਾ ਹੀ ਪਵੇਗਾ। ਚਾਹੇ ਉਹ ਬੋਲਣਾ ਹੈ, ਚਾਹੇ ਉਹ ਖਾਣਾ ਹੈ, ਚਾਹੇ ਉਹ ਵੇਖਣਾ ਹੈ ਤੇ ਚਾਹੇ ਉਹ ਸੁਣਨਾ ਹੈ।
ਨਿੱਕੀਆਂ ਨਿੱਕੀਆਂ ਚੀਜ਼ਾਂ ਜਦੋਂ ਅਸੀਂ ਸਮਝਦੇ ਹਾਂ ਉਦੋਂ ਹੀ ਅਸੀਂ ਸਮਝਦਾਰ ਬਣਦੇ ਹਾਂ। ਵੱਡੀਆਂ ਵੱਡੀਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ ਉਹਦੇ ਨਾਲ ਸਮਝਦਾਰ ਨਹੀਂ ਹੋਇਆ ਜਾ ਸਕਦਾ। ਦੁਨੀਆ ਦੇ ਵਿੱਚ ਆ ਕੇ ਜਨਮ ਹੋਣ ਤੋਂ ਬਾਅਦ ਕੋਈ ਵੀ ਕਰਮ ਜਦੋਂ ਬੰਦਾ ਕਰੇਗਾ ਉਹਦਾ ਪ੍ਰਭਾਵ ਸਭ ਤੋਂ ਪਹਿਲਾਂ ਉਹਦੇ ਆਪਣੇ ਤੇ ਪਵੇਗਾ। ਮਾੜਾ ਸੋਚਣਾ ਬੰਦੇ ਦੇ ਮਨ ਤੇ ਇੰਨਾ ਜ਼ਿਆਦਾ ਇਫੈਕਟ ਪਾਉਂਦਾ ਹੈ, ਨੈਗੇਟਿਵ ਜਿਹੜਾ ਹੈ, ਨਕਾਰਾਤਮਕ ਜਿਹੜੀ ਸੋਚ ਆ, ਢੈਂਦੀ ਕਲਾ ਵਾਲੀ ਜਿਹੜੀ ਸੋਚ ਆ, ਇੰਨਾ ਜ਼ਿਆਦਾ ਉਹਦਾ ਪ੍ਰਭਾਵ ਪੈਂਦਾ, ਇਨਸਾਨ ਕਦੇ ਚੜ੍ਹਦੀ ਕਲਾ 'ਚ ਨਹੀਂ ਹੋ ਸਕਦਾ ਜੇ ਉਹਦੀ ਸੋਚ ਜਿਹੜੀ ਹੈ ਉਹ ਮਾੜੀ ਆ। ਕੰਮ ਭਾਵਾਂ ਦੀ ਉਹ ਜੋ ਮਰਜ਼ੀ ਕਰ ਰਿਹਾ, ਕੰਮ ਚੰਗੇ ਕਰ ਰਿਹਾ ਜਾਂ ਦਿਖਾ ਰਿਹਾ ਵੀ ਮੈਂ ਚੰਗਾ ਕਰ ਰਿਹਾ, ਪਰ ਜੇਕਰ ਉਹਦੀ ਸੋਚ ਵਿੱਚ ਕੁਝ ਗਲਤ ਹੈ ਨਾ ਤੇ ਉਹ ਇਨਸਾਨ ਭੁੱਲ ਜਾਵੇ ਕਿ ਉਹਦਾ ਜੀਵਨ ਕਦੇ ਸੁਖਾਲਾ ਹੋਵੇਗਾ, ਕਦੇ ਵੀ ਨਹੀਂ ਹੋ ਸਕਦਾ। ਤਾਂ ਦੇਖਣਾ, ਸੁਣਨਾ, ਬੋਲਣਾ, ਇਹਨਾਂ ਚੀਜ਼ਾਂ ਦਾ ਪ੍ਰਭਾਵ ਸਾਡੇ ਮਨ ਤੇ ਉਦੋਂ ਹੀ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਸੋਚਦੇ ਹਾਂ ਕੀ ਬੋਲਣਾ। ਹੁਣ ਬਾਬਾ ਨਾਨਕ ਜੀ ਕਹਿੰਦੇ ਨੇ ਬੋਲਣ ਤੋਂ ਪਹਿਲਾਂ ਹੀ ਸੋਚ ਲਓ, ਤੇ ਅੱਗੇ ਇਦੋਂ ਚੱਲ ਕੇ ਕਹਿੰਦੇ ਨੇ ਸੋਚਣ ਤੋਂ ਪਹਿਲਾਂ ਵੀ ਸੋਚ ਲਓ ਕੀ ਬੋਲਣਾ। ਬੋਲਣ ਤੋਂ ਪਹਿਲਾਂ ਤਾਂ ਸੋਚੋ ਹੀ, ਸੋਚਣ ਤੋਂ ਵੀ ਪਹਿਲਾਂ ਸੋਚ ਲਓ ਵੀ ਕੀ ਤੁਸੀਂ ਬੋਲਣਾ ਹੈ ਤੇ ਕਿੱਦਾਂ ਦੀ ਤੁਹਾਡੀ ਥਿੰਕਿੰਗ ਆ, ਕਿਉਂਕਿ ਤੁਹਾਡੇ ਸ਼ਬਦ ਜਿਹੜੇ ਨੇ ਇਹ ਸਾਹਮਣੇ ਵਾਲੇ ਨੂੰ ਦੱਸਣਗੇ ਤੁਸੀਂ ਕਿੱਦਾਂ ਦੀ ਦਿਮਾਗ ਦੇ ਵਿੱਚ ਫੋਟੋ ਬਣਾਈ ਹੋਈ ਹੈ, ਤਸਵੀਰ ਬਣਾਈ ਹੋਈ ਹੈ, ਤੁਹਾਡੇ ਦਿਮਾਗ ਦੀ ਹਾਲਤ ਕੀ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਐ, ਮੋ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਤਾਂ ਜਿਹੜੇ ਬੰਦੇ ਫਿੱਕਾ ਬੋਲਦੇ ਨੇ, ਜਿਹੜੇ ਬੰਦੇ ਕੂੜਾ ਬੋਲਦੇ ਨੇ, ਅਸਲ ਦੇ ਵਿੱਚ ਕੂੜਾ ਬੋਲਣਾ, ਫਿੱਕਾ ਬੋਲਣਾ ਆਪਣੇ ਮਨ ਨੂੰ ਫਿੱਕਾ ਕਰਨਾ ਹੈ। ਦੇਖੋ ਗੱਲ ਆਪਾਂ ਜਿੱਥੋਂ ਆਰੰਭ ਕੀਤੀ ਆ, ਕੋਈ ਵੀ ਚੀਜ਼ ਤੁਸੀਂ ਕਰਦੇ ਹੋ ਉਹਦਾ ਪ੍ਰਭਾਵ ਦੂਜੇ ਤੇ ਦੂਜੇ ਨੰਬਰ ਤੇ ਪਵੇਗਾ, ਪਰ ਤੁਹਾਡੇ ਤੇ ਸਭ ਤੋਂ ਪਹਿਲਾਂ ਪਵੇਗਾ। ਕੋਈ ਵੀ ਚੀਜ਼ ਜਦੋਂ ਤੁਸੀਂ ਕਰਦੇ ਹੋ ਮਤਾ ਸੋਚੋ ਮੈਂ ਕੌੜਾ ਦੂਜੇ ਨੂੰ ਬੋਲ ਕੇ ਆਇਆ ਹਾਂ, ਇਹਦਾ ਪ੍ਰਭਾਵ ਤੁਹਾਡੇ ਤੇ ਵੀ ਪਿਆ। ਇਹਦੇ ਨਾਲ ਤੁਹਾਡੀ ਜਿਹੜੀ ਜ਼ਿੰਦਗੀ ਆ, ਤੁਹਾਡਾ ਮਨ ਆ, ਉਹ ਵੀ ਬੇਚੈਨ ਹੋ ਗਿਆ। ਇਹ ਮਤ ਸੋਚੋਗੇ ਮੈਂ ਉਹ ਬੰਦੇ ਨੂੰ ਇੱਦਾਂ ਬੋਲਤਾ, ਉਹਨੇ ਫਿਰ ਬਾਅਦ ਵਿੱਚ ਸੜਨਾ। ਸਭ ਤੋਂ ਪਹਿਲਾਂ ਉਹ ਜਿਹੜੀ ਗਰਮ ਚੀਜ਼ ਆ, ਗੁੱਸੇ ਵਾਲੀ, ਜਿਹੜੀ ਤੁਸੀਂ ਆਪਣੀ ਤਲੀ ਤੇ ਰੱਖੀ ਆ, ਸਭ ਤੋਂ ਪਹਿਲਾਂ ਤੁਸੀਂ ਆਪ ਸਾੜਿਆ, ਫਿਰ ਉਹਨਾਂ ਬਚਨਾਂ ਦੇ ਨਾਲ, ਕੌੜੇ ਬੋਲਾਂ ਦੇ ਨਾਲ ਦੂਜੇ ਨੂੰ ਭਾਵ ਕਿ ਸਾੜਨ ਦਾ ਯਤਨ ਕੀਤਾ, ਪਰ ਪਹਿਲਾਂ ਆਪਾ ਸਾੜਿਆ। ਇਸ ਕਰਕੇ ਦੂਜਿਆਂ ਨੂੰ ਖੁਸ਼ ਰੱਖਣ ਵਾਲੇ ਖੁਸ਼ ਹੁੰਦੇ ਨੇ, ਦੂਜਿਆਂ ਨੂੰ ਦੁਖੀ ਕਰਨ ਵਾਲੇ ਖੁਦ ਦੁਖੀ ਹੁੰਦੇ ਨੇ। ਇਵੇਂ ਵੱਧ ਸਮਝੋਗੇ ਗੱਲ, ਕੋਈ ਸੁਖੀ ਆ ਕਿਸੇ ਨੂੰ ਸੁੱਖ ਦਿੱਤਾ ਹੋਣਾ, ਕੋਈ ਦੁਖੀ ਆ ਕਿਸੇ ਨੂੰ ਦੁਖੀ ਕੀਤਾ ਹੋਣਾ, ਕੋਈ ਹੱਸ ਰਿਹਾ ਤੇ ਕਿਸੇ ਨੂੰ ਹਸਾਇਆ ਹੋਣਾ, ਕੋਈ ਰੋ ਰਿਹਾ ਕਿਸੇ ਨੂੰ ਰਵਾਇਆ ਹੋਣਾ। ਇਸ ਕਰਕੇ ਇਹ ਜਿਹੜੀਆਂ ਗੱਲਾਂ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੁਸੀਂ ਜੇ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਦੂਜਿਆਂ ਨੂੰ ਖੁਸ਼ ਰੱਖੇ ਬਿਨਾਂ ਤੁਸੀਂ ਖੁਸ਼ ਨਹੀਂ ਰਹਿ ਸਕਦੇ। ਜੇਕਰ ਤੁਸੀਂ ਮਨ ਨੂੰ ਟਿਕਾਉਣਾ ਚਾਹੁੰਦੇ ਹੋ, ਆਪਾਂ ਸਿਰਫ ਮਨ ਦੀ ਗੱਲ ਕਰਦੇ ਹਾਂ, ਉਹ ਜੋ ਹੋ ਰਿਹਾ
ਸੰਸਾਰ ਵਿੱਚ ਉਹਦੇ ਬਾਰੇ ਤੁਸੀਂ ਬਿਹਤਰ ਹੀ ਜਾਣਦੇ ਹੋ ਮੇਰੇ ਨਾਲੋਂ, ਕੀ ਹੁੰਦਾ, ਕੀ ਕਿੱਦਾਂ ਦੇ ਲੋਕ ਨੇ। ਬਾਣੀ ਸਿਰਫ ਮਨ ਠੀਕ ਕਰਦੀ ਆ। ਮਨ ਠੀਕ ਹੋਣ ਤੋਂ ਬਾਅਦ ਤਨ ਆਪੇ ਹੀ ਠੀਕ ਹੋ ਜਾਂਦਾ ਹੈ। ਜਿਹਦਾ ਮਨ ਠੀਕ, ਉਹਦੀ ਸੋਚ ਠੀਕ, ਜਿਹਦੀ ਸੋਚ ਠੀਕ, ਉਹਦੇ ਕਰਮ ਠੀਕ, ਜਿਹਦੇ ਕਰਮ ਠੀਕ, ਉਹਦਾ ਫਲ ਠੀਕ। ਇੱਥੇ ਗੁਰੂ ਮਹਾਰਾਜ ਅੱਜ ਦੇ ਬਚਨਾਂ ਵਿੱਚ ਕਹਿੰਦੇ ਨੇ ਕਿ ਭਾਂਡਾ ਜਿਹੜਾ ਹੋਵੇ ਕਾਲਖ ਦੇ ਨਾਲ ਲਿਬੜਿਆ ਹੋਇਆ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਭਾਂਡਾ ਬਹੁਤ ਜ਼ਿਆਦਾ ਮੈਲਾ ਹੋਵੇ, ਬਹੁਤ ਜ਼ਿਆਦਾ ਪਲੀਤ ਹੋਵੇ ਕਿ ਉਹਦੇ ਵਿੱਚ ਉਵੇਂ ਆਪਾਂ ਜਾਗ ਲਾ ਦਿੰਦੇ ਹਾਂ? ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਹਿਲਾਂ ਭਾਂਡੇ ਨੂੰ ਧੋਨੇ ਆ, ਉਹਨੂੰ ਸਾਫ਼ ਕਰਦੇ ਹਾਂ, ਫਿਰ ਉਹਦੇ ਵਿੱਚ ਦੁੱਧ ਪਾ ਕੇ ਜਾਗ ਲਾਉਂਦੇ ਹਾਂ, ਫਿਰ ਉਹਨੂੰ ਜਮਾਉਂਦੇ ਹਾਂ। ਦੁੱਧ ਨੂੰ ਜਮਾਉਣ ਲਈ ਇਹ ਇੱਕ ਤਰੀਕਾ ਹੈ। ਇਹ ਤਾਂ ਸਿਰਫ ਇੱਕ ਐਗਜ਼ਾਮਪਲ ਆ, ਉਦਾਹਰਨ ਆ। ਅਸਲੀ ਗੱਲ ਉਹ ਕਹਿ ਰਹੇ ਨੇ ਕਿ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕਾਮਾ। ਹੇ ਬੰਦਿਆ, ਤੂੰ ਵੀ ਕਿਤੇ ਬੰਦਗੀ ਵਾਲਾ ਜਾਗ ਲਾ ਕੇ ਆਪਣੇ ਮਨ ਨੂੰ ਜਮਾਵੇਂ। ਜਮਾਉਣ ਦਾ ਭਾਵ ਟਿਕਾਉਣਾ ਹੈ। ਕਿਸੇ ਚੀਜ਼ ਨੂੰ ਜਮਾਉਣਾ, ਉਹਨੂੰ ਟਿਕਾਉਣਾ ਹੁੰਦਾ ਵੀ ਉਹ ਜੰਮ ਜਾਵੇ, ਇੱਕ ਜਗ੍ਹਾ ਟਿਕ ਜਾਵੇ। ਜਿਹੜੀ ਚੀਜ਼ ਭੱਜੀ ਫਿਰਦੀ ਆ, ਪਾਰੇ ਦੇ ਵਾਂਗ ਡੋਲਦੀ ਆ, ਉਹਨੂੰ ਜਮਾ। ਜਪੋ ਤਾਂ ਏਕੋ ਨਾਮਾ ਹੋਏ ਨਿਰਾਸ ਜਮਾਵੋ। ਸੰਸਾਰ ਤੋਂ ਜਿਹੜੀ ਉਪਰਾਮਤਾ ਹੈ, ਸੰਸਾਰ ਹੈ ਪਰ ਪਰਮਾਤਮਾ ਦੀ ਛਾਇਆ ਹੈ। ਦੁਨੀਆ ਹੈ ਪਰ ਦੁਨੀਆ ਦੇ ਵਿੱਚ ਦੁਨੀਆ ਨੂੰ ਬਣਾਉਣ ਵਾਲਾ ਵੀ ਸਮਾਇਆ ਹੋਇਆ ਹੈ, ਉਹ ਤੋਂ ਦੂਰ ਨਹੀਂ। ਪਰ ਮੇਰੀ ਸੋਚ ਉਹਦੇ ਨਾਲ ਪ੍ਰੀਤ ਨਹੀਂ ਪਾਉਂਦੀ। ਇੱਦਾਂ ਤੂੰ ਇਹ ਨਿਰਾਸ਼ਤਾ ਤੇਰੇ ਅੰਦਰ ਹੋਵੇ ਕਿ ਮੈਂ ਕਿੰਨੇ ਮਾੜੇ ਸੁਭਾਅ ਵਾਲਾ ਹਾਂ, ਮੈਂ ਕਿੰਨੇ ਮਾੜੇ ਸੁਭਾਅ ਵਾਲਾ, ਮੇਰਾ ਗੁਰੂ ਕਿੰਨਾ ਚੰਗਾ ਹੈ। ਇਹ ਫਰਕ ਨੂੰ ਜਦੋਂ ਤੈਨੂੰ ਦਿਸੇਗਾ ਸਿੱਖਾ, ਇਹਨੂੰ ਤੂੰ ਭਰਨ ਦਾ ਯਤਨ ਕਰੇਗਾ। ਗੁਰੂ ਦਾ ਸੁਭਾਅ ਚੰਗਾ ਹੈ, ਮੇਰਾ ਸੁਭਾਅ ਬਹੁਤ ਮਾੜਾ ਹੈ, ਚੰਗਾ ਨਹੀਂ ਹੈਗਾ। ਜਿਹਦੇ ਕਰਕੇ ਮੇਰੀ ਕਿਸੇ ਨਾਲ ਬਣਦੀ ਨਹੀਂ, ਨਿਭਦੀ ਨਹੀਂ। ਹੰਕਾਰ ਦੇ ਵਿੱਚ ਮੈਂ ਆ ਜਾਂਦਾ, ਲਾਲਚ ਵਿੱਚ ਆ ਜਾਂਦਾ, ਬੁਰੇ ਖਿਆਲ ਆਉਂਦੇ ਨੇ, ਚਿੰਤਾ ਮੈਨੂੰ ਸਤਾਉਂਦੀ ਆ। ਘਰ ਦੇ ਵਿੱਚ ਕੰਮ ਕਰਦੇ ਆ, ਟੇਕ ਨਹੀਂ ਆਉਂਦੀ, ਰੋਟੀ ਖਾਂਦੇ ਆ ਵੀ ਮਨ ਟਿਕਦਾ ਨਹੀਂ, ਬੇਚੈਨ ਰਹਿੰਦਾ ਹੈ। ਹੁਣ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਗੁਰੂ ਪਿਆਰਿਓ, ਗੁਰੂ ਮਹਾਰਾਜ ਨੇ ਬਾਣੀ ਦਿੱਤੀ ਆ। ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕਾਮਾ। ਕਬੀਰ ਸਾਹਿਬ ਜੀ ਕਹਿੰਦੇ ਪਹਿਲਾਂ ਤੂੰ ਇਹ ਗੱਲ ਮੰਨ ਕਿ ਮੈਂ ਬਹੁਤ ਬੁਰਾ ਹਾਂ, ਮੈਂ ਬਹੁਤ ਬੁਰਾ ਹਾਂ, ਗੁਰੂ ਬਹੁਤ ਚੰਗਾ। ਪਹਿਲਾਂ ਇੱਥੋਂ ਯਾਤਰਾ ਸ਼ੁਰੂ ਹੋਵੇਗੀ। ਉਹਨਾਂ ਦਾ ਇੱਕ ਬਚਨ ਆਉਂਦਾ ਹੈ, ਬੜਾ ਪਿਆਰਾ ਹੈ। ਕਬੀਰ ਸਭ ਤੇ ਹਮ ਬੁਰੇ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੈਂ ਬਹੁਤ ਬੁਰਾ ਹਾਂ, ਕਬੀਰ ਸਾਹਿਬ ਜੀ ਕਹਿੰਦੇ। ਉਵੇਂ ਨਹੀਂ ਕਹਿੰਦੇ, ਦੁਨੀਆ ਦੇ ਲੋਕਾਂ ਵਾਂਗ ਨਹੀਂ ਕਹਿੰਦੇ। ਉਹ ਵੈਸੇ ਕਹਿੰਦੇ ਨੇ ਮੈਂ ਬਹੁਤ ਪਾਪੀ ਹਾਂ, ਮੈਂ ਬਹੁਤ ਬੁਰਾ ਹਾਂ। ਪਰ ਜੇ ਉਹਨਾਂ ਨੂੰ ਆਪਾਂ ਕਹਿ ਦਈਏ ਹਾਂ ਤੂੰ ਵਾਕਈ ਪਾਪੀ ਆ, ਉਹ ਗੁੱਸਾ ਕਰਨਗੇ। ਕਈ ਵਾਰ ਐਸੇ ਬੰਦੇ ਹੁੰਦੇ ਨੇ, ਉਹ ਆਪਣੇ ਆਪ ਜਾਣ ਕੇ ਝੂਠੀ ਨਿਮਰਤਾ ਨਾਲ ਕਹਿੰਦੇ ਨੇ ਅਸੀਂ ਪਾਪੀ ਬੰਦੇ ਹਾਂ, ਅਸੀਂ ਬੁਰੇ ਬੰਦੇ ਹਾਂ। ਬਾਣੀ ਕਹਿੰਦੀ ਉਹਨਾਂ ਨੂੰ ਕਹਿ ਦੋ ਹਾਂ ਤੂੰ ਵਾਕਈ ਬੁਰਾ ਵਾ, ਹਾਂ ਤੂੰ ਵਾਕਈ ਪਾਪੀ ਹਾਂ, ਉਹ ਗੁੱਸਾ ਕਰ ਜਾਣਗੇ। ਕਬੀਰ ਸਾਹਿਬ ਇੱਦਾਂ ਨਹੀਂ ਕਹਿ ਰਹੇ, ਉਹ ਦਿਲੋਂ ਕਹਿ ਰਹੇ ਆ। ਕਬੀਰ ਸਭ ਤੇ ਹਮ ਬੁਰੇ, ਮੈਂ ਦੁਨੀਆ ਦਾ ਸਭ ਤੋਂ ਬੁਰਾ ਆਦਮੀ ਹਾਂ। ਭਗਤ ਕਬੀਰ ਜੀ ਕਹਿੰਦੇ ਗੁਰੂ ਮੇਰਾ ਬਹੁਤ ਚੰਗਾ ਹੈ, ਰੱਬ ਮੇਰਾ ਬਹੁਤ ਚੰਗਾ ਹੈ। ਹਮ ਤਜ ਭਲੋ ਸਭ ਕੋਏ,
ਸਾਰੇ ਚੰਗੇ ਨੇ, ਮੈਂ ਮਾੜਾ ਹਾਂ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਬੀਰ ਸਾਹਿਬ ਜੀ ਖੁਦ ਕਹਿ ਰਹੇ ਆ, ਨਾਲੇ ਉਹ ਕਿੰਨੇ ਚੰਗੇ ਨੇ, ਉਹਨਾਂ ਦੀ ਬਾਣੀ ਕਿੰਨੀ ਸੋਹਣੀ ਆ, ਪਰ ਫਿਰ ਵੀ ਉਹ ਕਹਿ ਰਹੇ ਨੇ ਕਿ ਕਬੀਰ ਸਭ ਤੇ ਹਮ ਬੁਰੇ, ਸਭ ਤੋਂ ਦੁਨੀਆ 'ਚ ਬੁਰਾ ਵਿਅਕਤੀ ਕਬੀਰ ਹੀ ਆ। ਹਮ ਤਜ ਭਲੋ ਸਭ ਕੋਏ, ਹਮ ਤਜ ਮੇਰੇ ਨਾਲੋਂ ਸਾਰੇ ਹੀ ਚੰਗੇ ਨੇ। ਅੱਗੇ ਕਹਿੰਦੇ ਨੇ ਜਿਨ ਐਸਾ ਕਰ ਬੂਝਿਆ, ਜਿਹੜੇ ਬੰਦਿਆਂ ਨੇ ਇਹ ਗੱਲ ਬੁੱਝੀ ਆ, ਇਵੇਂ ਆਖਿਆ ਵੀ ਮੈਂ ਸਭ ਤੋਂ ਬੁਰਾ ਹਾਂ, ਦਿਲੋਂ ਕਿਹਾ ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ, ਉਹੀ ਮੇਰਾ ਮਿੱਤਰ ਆ। ਭਗਤ ਕਬੀਰ ਜੀ ਕਹਿੰਦੇ ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਮਿੱਤਰ ਹੈ, ਜਿਹੜਾ ਇਹ ਗੱਲ ਇਵੇਂ ਆਖਦਾ ਹੈ ਮੈਂ ਸਭ ਤੋਂ ਬੁਰਾ ਹਾਂ, ਮੈਂ ਲਿਬੜਿਆ ਹੋਇਆ ਭਾਂਡਾ ਹਾਂ ਜਿਹਨੂੰ ਮਾਂਜਣ ਦੀ ਲੋੜ ਆ, ਮੈਂ ਬਹੁਤ ਹੀ ਔਗਣਾ ਨਾਲ ਭਰਿਆ, ਇੰਨੇ ਔਗਣ ਜਿੰਨਾ ਸਮੁੰਦਰ 'ਚ ਪਾਣੀ ਆ, ਮੈਂ ਇਵੇਂ ਦਾ ਹਾਂ। ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋ ਨੀਂਦ ਨ ਆਵੇ, ਰਸਨਾ ਨਾਮ ਜਪੋ ਤਬ ਮਥੀਏ, ਇਨ ਬਿਦ ਅੰਮ੍ਰਿਤ ਪਾਵੋ। ਕਬੀਰ ਸਾਹਿਬ ਜੀ ਇਹਨਾਂ ਸਾਰੀਆਂ ਗੱਲਾਂ ਨੂੰ ਖੋਲ੍ਹਦੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪਦੇ ਮਨ ਨੂੰ ਜਿਵੇਂ ਕਿ ਦੁੱਧ ਰਿੜਕਣ ਵੇਲੇ, ਲੱਸੀ ਰਿੜਕਣ ਵੇਲੇ, ਉਹਦਾ ਮੱਥਨ ਕਰਨ ਵੇਲੇ ਮਧਾਣੀ ਨਾਲ ਜਿਹੜੀਆਂ ਰੱਸੀਆਂ ਲੱਗੀਆਂ ਹੁੰਦੀਆਂ ਤੇ ਡੀਟੀਆਂ ਹੱਥਾਂ ਵਿੱਚ ਫੜ ਕੇ ਬੀਬੀਆਂ ਉਹਦਾ ਮੱਥਨ ਕਰਦੀਆਂ ਨੇ, ਰਿੜਕਦੀਆਂ ਨੇ, ਬਿਲਕੁਲ ਤੂੰ ਸਿੱਖਾ ਆਪਦੇ ਮਨ ਨੂੰ ਫੜ ਕੇ ਹੱਥਾਂ ਦੇ ਵਿੱਚ ਉਵੇਂ ਰਿੜਕਣਾ ਕਰ, ਜਿਵੇਂ ਕਿ ਫਿਰ ਉਹਦੇ ਵਿੱਚੋਂ ਮੱਖਣ ਨਿਕਲਦਾ, ਲੱਸੀ ਬਣਦੀ ਆ, ਛਾਛ ਬਣਦੀ ਆ। ਬਿਲਕੁਲ ਜਦੋਂ ਤੂੰ ਆਪਦੀ ਰਸਨਾ ਦੇ ਨਾਲ ਇਹ ਰਿੜਕੇਂਗਾ, ਵਾਹਿਗੁਰੂ ਦਾ ਨਾਮ ਇਨ ਬਿਦ ਅੰਮ੍ਰਿਤ ਪਾਵੋ, ਉਹਦੇ ਵਿੱਚੋਂ ਗੁਣ ਨਿਕਲਣਗੇ। ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ, ਕੁਐਸਚਨ ਮਾਰਕ ਆ, ਸਵਾਲ ਆ। ਬਾਣੀ ਪੜ੍ਹਨ ਨਾਲ ਕੀ ਹੁੰਦਾ, ਸਵਾਲ ਆ। ਸੰਗਤ ਕਰਨ ਨਾਲ ਜੀ ਕੀ ਹੋਵੇਗਾ, ਸਵਾਲ ਹੈ। ਇੱਕੋ ਹੀ ਇਹਨਾਂ ਦਾ ਜਵਾਬ ਆ, ਜਿਹੜੇ ਗੁਰੂ 'ਚ ਗੁਣ ਨੇ ਉਹ ਤੇਰੇ 'ਚ ਆ ਜਾਣਗੇ। ਗੁਰਦੁਆਰੇ ਆਉਣ ਨਾਲ ਕੀ ਹੋਵੇਗਾ, ਸੰਗਤ ਕਰਨ ਨਾਲ ਕੀ ਹੋਵੇਗਾ, ਸੇਵਾ ਕਰਨ ਨਾਲ ਕੀ ਹੋਵੇਗਾ, ਸਿਮਰਨ ਕਰਨ ਨਾਲ ਕੀ ਹੋਵੇਗਾ। ਇੱਕੋ ਹੀ ਜਵਾਬ, ਤੇਰਾ ਸੁਭਾਅ ਗੁਰੂ ਜੈਸਾ ਹੋ ਜਾਏਗਾ, ਹੋਰ ਕੀ ਹੋਵੇਗਾ। ਤੇ ਫਿਰ ਲੋੜ ਵੀ ਕੀ ਰਹਿ ਗਈ, ਪਿੱਛੇ ਰਹਿ ਹੀ ਨਹੀਂ ਗਿਆ ਕੁਝ। ਜਦੋਂ ਗੁਰੂ ਜੈਸਾ ਹੋ ਗਿਆ ਫਿਰ ਤੈਨੂੰ ਲੋੜ ਨਹੀਂ, ਜਦੋਂ ਤੂੰ ਉਹਦੇ ਜੈਸਾ ਹੀ ਹੋ ਗਿਆ। ਇਸ ਕਰਕੇ ਜਿਵੇਂ ਉਹ ਮਹਿਰਮ ਕਹਿੰਦਾ ਹੈ ਨਾ, ਬਸ ਉਵੇਂ ਵਸੀਏ ਜੀ। ਜਿਵੇਂ ਕਿ ਪਿਆਰਾ ਆਖਦਾ ਹੈ ਉਵੇਂ ਹੀ ਵਸੀਏ ਜੀ। ਬਸ ਦੁਨੀਆ 'ਚ ਰਹਿਣ ਦਾ ਤਰੀਕਾ ਕਿਹੜਾ ਹੈ, ਜਿਵੇਂ ਮਹਿਰਮ ਆਖੇ, ਜਿਵੇਂ ਗੁਰੂ ਪਿਆਰਾ ਆਖੇ ਤਿਵੇਂ ਵਸੀਏ ਜੀ। ਆਪਦੀ ਮਰਜ਼ੀ ਨਾਲ ਨਹੀਂ ਵਸੀਏ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਉਹਦਾ ਪਹਿਰਾਵਾ, ਉਹਦਾ ਬਾਣਾ ਪਾਓ, ਅੰਮ੍ਰਿਤ ਛਕਣਾ ਗੁਰੂ ਮਹਾਰਾਜ ਦਾ ਹੁਕਮ ਹੈ, ਸਿੱਖ ਦੀ ਮਰਜ਼ੀ ਨਹੀਂ। ਅੰਮ੍ਰਿਤ ਛਕਣਾ ਗੁਰੂ ਦਾ ਹੁਕਮ ਹੈ, ਸਿੱਖ ਦੀ ਮਰਜ਼ੀ ਨਹੀਂ। ਬਾਣੀ ਪੜ੍ਹਨਾ ਗੁਰੂ ਦਾ ਹੁਕਮ ਹੈ, ਸਿੱਖ ਦੀ ਮਰਜ਼ੀ ਨਹੀਂ। ਕਥਾ ਕੀਰਤਨ ਸੁਣਨਾ ਗੁਰੂ ਦਾ ਹੁਕਮ ਆ, ਸਿੱਖ ਦੀ ਮਰਜ਼ੀ ਨਹੀਂ। ਇਨਸਾਨ ਮਰਜ਼ੀ ਕਰਦਾ ਹੈ, ਗੁਰੂ ਦਾ ਹੁਕਮ ਨਹੀਂ ਮੰਨਦਾ। ਤਾਂ ਇਸ ਕਰਕੇ ਦੁਨੀਆ ਵਿੱਚ ਵਸਣ ਦਾ ਇੱਕੋ ਹੀ ਇੱਕੋ ਰਾਹ ਹੈ, ਬਸ ਉਹ ਜਿਵੇਂ ਆਖੇ ਉਵੇਂ ਵਸੀਏ, ਜਿਵੇਂ ਉਹ ਕਹਿੰਦਾ ਹੈ ਉਹ ਮੰਨੀਏ। ਬਸ ਆਹੀ ਸੇਵਾ, ਇਦੋਂ ਵੱਡੀ ਗੁਰੂ ਦੀ ਸੇਵਾ ਹੀ ਨਹੀਂ ਹੋ ਸਕਦੀ। ਮਤਲਬ ਇਹਦਾ ਇਹ ਹੈ ਕਿ ਗੁਰੂ ਦਾ ਕਹਿਣਾ ਮੰਨਣਾ ਹੀ ਗੁਰੂ ਦੀ ਸੇਵਾ ਹੁੰਦੀ ਆ। ਇਦੋਂ ਵੱਡੀ ਸੇਵਾ ਕੋਈ ਨਹੀਂ। ਬਾਕੀ ਸੇਵਾਵਾਂ ਇੱਕ ਕੋਸ਼ਿਸ਼ ਹੁੰਦੀ ਆ ਵੀ ਗੁਰੂ ਤੇਰੇ ਵਰਗੇ ਅਸੀਂ ਹੋ ਜਾਈਏ। ਬਾਕੀ ਸੇਵਾਵਾਂ ਕਬੂਲ ਨੇ, ਚੰਗੀਆਂ ਨੇ,
ਪਰ ਜਦੋਂ ਅਸੀਂ ਗੁਰੂ ਦਾ ਕਹਿਣਾ ਮੰਨਦੇ ਹਾਂ ਉਦੋਂ ਸੇਵਾ ਸਫਲ ਹੋ ਜਾਂਦੀ ਹੈ। ਪਹਿਲਾਂ ਅਸੀਂ ਸੇਵਾ ਕਰਦੇ ਹਾਂ, ਸਫਲ ਉਦੋਂ ਹੁੰਦੀ ਆ ਜਦੋਂ ਜਿਵੇਂ ਮਹਿਰਮ ਆਖੇ ਤਿਵੇਂ ਵਸੀਏ ਜੀ। ਤੇ ਜਦੋਂ ਅਸੀਂ ਉਵੇਂ ਵਸਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਕੋਈ ਵੀ ਕਰਮ ਹੈ, ਕੋਈ ਵੀ ਜਦੋਂ ਤੁਸੀਂ ਕਰਦੇ ਹੋ ਸਭ ਤੋਂ ਪਹਿਲਾਂ ਪ੍ਰਭਾਵ ਤੁਹਾਡੇ 'ਤੇ ਪੈਣਾ ਉਹਦਾ। ਇਹ ਤੁਸੀਂ ਗੱਲ ਨੋਟ ਰੱਖੋ, ਮਾੜਾ ਬੋਲਣਾ ਉਹਦਾ ਪ੍ਰਭਾਵ ਦੂਜੇ 'ਤੇ ਬਾਅਦ 'ਚ ਆ, ਤੁਹਾਡੇ 'ਤੇ ਪਹਿਲਾਂ ਪੈਣਾ, ਤੁਹਾਡੇ ਮਨ 'ਤੇ ਪਹਿਲਾਂ ਪੈਣਾ। ਮੈਂ ਗਲਤ ਤਰੀਕੇ ਨਾਲ ਕਿਸੇ ਵੱਲ ਦੇਖਾਂ, ਉਹਦਾ ਪ੍ਰਭਾਵ ਦੂਜੇ ਨੂੰ ਬਾਅਦ 'ਚ ਪਤਾ ਲੱਗਣਾ, ਮੇਰੇ ਮਨ ਦੀ ਸ਼ਾਂਤੀ ਪਹਿਲਾਂ ਗਵਾਚਣੀ। ਮੈਂ ਬਾਣੀ ਪੜ੍ਹ ਰਿਹਾ, ਉਹਦਾ ਪ੍ਰਭਾਵ ਕਿਸੇ 'ਤੇ ਬਾਅਦ ਵਿੱਚ ਪੈਣਾ, ਮੇਰੇ 'ਤੇ ਪਹਿਲਾਂ ਪਵੇਗਾ। ਮੈਂ ਸਿਮਰਨ ਕਰਦਾ, ਸਿਮਰਨ ਦਾ ਪ੍ਰਭਾਵ ਮੇਰੇ 'ਤੇ ਪਹਿਲਾਂ ਪਵੇਗਾ, ਮੇਰੇ ਮਨ 'ਤੇ, ਦੂਜੇ 'ਤੇ ਬਾਅਦ 'ਚ ਪਵੇਗਾ। ਦੁਨੀਆ ਵਿੱਚ ਜਿੰਨੇ ਵੀ ਕਰਮ ਨੇ, ਹਰ ਕਰਮ ਦਾ ਪ੍ਰਭਾਵ ਕਰਨ ਵਾਲੇ 'ਤੇ ਪਹਿਲਾਂ ਪੈਂਦਾ ਹੈ, ਦੂਜਿਆਂ 'ਤੇ ਬਾਅਦ 'ਚ ਪੈਂਦਾ। ਲੋਕ ਦੂਜਿਆਂ ਨੂੰ ਕੌੜਾ ਬੋਲ ਕੇ ਸੋਚ ਲੈਂਦੇ ਆ ਮੇਰੀ ਫਤਿਹ ਹੋ ਗਈ, ਮੇਰੀ ਜਿੱਤ ਹੋ ਗਈ। ਨਾ, ਕਿਸੇ ਨੂੰ ਕੌੜਾ ਬੋਲ ਕੇ ਬੰਦੇ 'ਤੇ ਜਿਹੜਾ ਪ੍ਰਭਾਵ ਪਿਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਬੰਦਾ ਬੇਹੋਸ਼ ਹੀ ਇੰਨਾ, ਉਹਦਾ ਤਨ ਫਿੱਕਾ, ਉਹਦਾ ਮਨ ਫਿੱਕਾ। ਨਾਨਕ ਫਿੱਕੈ ਬੋਲਿਆ, ਤਨ ਮਨ ਫਿੱਕਾ ਹੋਏ। ਹੁਣ ਭਗਤ ਕਬੀਰ ਜੀ ਕਹਿੰਦੇ ਨੇ ਬੰਦਾ ਜਾਗੇਗਾ ਕਿਵੇਂ, ਜਾਗੇਗਾ ਕਿਵੇਂ। ਉਹਨਾਂ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੀ ਸ਼ੁਰੂਆਤ ਵਿੱਚ ਉਹ ਕਹਿੰਦੇ ਨੇ, ਕਿਸੇ ਨੇ ਪੁੱਛਿਆ ਭਗਤ ਕਬੀਰ ਜੀ ਨੂੰ, ਭਗਤ ਜੀ ਮਾਲਾ ਕਿੱਥੇ ਤੁਹਾਡੀ ਮਾਲਾ? ਉਹਨਾਂ ਦੀ ਇੱਕ ਸਾਖੀ ਆ ਬੜੀ ਪਿਆਰੀ। ਵੈਸੇ ਹੀ ਕੋਈ ਆਇਆ ਉਹਨਾਂ ਦੇ ਘਰ ਵਿੱਚ ਚੱਲ ਕੇ, ਕਹਿੰਦੇ ਭਗਤਾਂ ਕੋਲ ਤਾਂ ਮਾਲਾ ਹੁੰਦੀ ਆ ਕਬੀਰ ਜੀ, ਭਗਤਾਂ ਕੋਲ ਤਾਂ ਮਾਲਾ ਹੁੰਦੀ ਆ, ਮਾਲਾ ਦੇ ਮਣਕੇ ਹੁੰਦੇ ਨੇ, ਉਹ ਫੇਰਦੇ ਨੇ ਤੇ ਭਗਤ ਬਣ ਜਾਂਦੇ ਨੇ, ਤੁਹਾਡੀ ਮਾਲਾ ਕਿੱਥੇ ਆ ਜੀ? ਬਹੁਤ ਸੋਹਣਾ ਸ਼ਲੋਕ ਆ ਉਹਨਾਂ ਦਾ, ਇੰਨੀ ਸੋਹਣੀ ਬਾਣੀ ਆ, ਦੁਨੀਆ 'ਚ ਹੋਰ ਕੋਈ ਇਹਦਾ ਬਦਲ ਹੀ ਨਹੀਂ ਹੈਗਾ। ਕਬੀਰ ਮੇਰੀ ਸਿਮਰਣੀ, ਸਿਮਰਣੀ ਕਹਿੰਦੇ ਆ ਮਾਲਾ ਨੂੰ। ਕਹਿੰਦੇ ਉਹਨਾਂ ਪਿਆਰਿਆਂ ਨੂੰ ਕਹਿਣ ਲੱਗੇ, ਪਿਆਰੇ ਮਿੱਤਰੋ ਸੱਜਣੋ ਮੇਰੀ ਮਾਲਾ ਕੀ ਹੈ ਸੁਣੋ। ਕਬੀਰ ਮੇਰੀ ਸਿਮਰਣੀ, ਰਸਨਾ ਉੱਪਰ ਰਾਮ। ਰਸਨਾ ਕਹਿੰਦੇ ਆ ਜੀਵ ਨੂੰ, ਜੀਵ ਨਾਲ ਰਾਮ 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 ਕਹਿਣਾ, ਰੱਬ ਦਾ ਨਾਮ ਹੀ ਆ ਰਾਮ, ਜਿਹੜਾ ਰਮਿਆ ਹੋਇਆ ਹੈ। ਜੀਵ ਦੇ ਨਾਲ, ਰਸਨਾ ਦੇ ਨਾਲ ਰਾਮ 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 ਕਹਿਣਾ ਹੀ ਮੇਰੀ ਮਾਲਾ ਹੈ। ਹੋਰ ਦੂਜੀ ਮਾਲਾ ਨਹੀਂ ਕਹਿੰਦੇ ਮੈਂ ਚੱਕਦਾ। ਸਾਹਾਂ ਦੀ ਮਾਲਾ ਤੇ ਉਹਦਾ ਨਾਮ ਮੈਂ ਜਪਦਾ ਹਾਂ, ਰਸਨਾ ਨਾਲ ਮੈਂ ਰਾਮ ਰਾਮ ਕਹਿਣਾ। ਫਿਰ ਅੱਗੇ ਕਹਿੰਦੇ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਆਦ ਤੋਂ, ਮੁੱਢ ਕਦੀਮਾਂ ਤੋਂ, ਜੁਗਾਦ ਜੁਗਾਂ ਜੁਗਾਂ ਤੋਂ, ਸਗਲ ਭਗਤ ਸਾਰੇ ਭਗਤਾਂ ਨੇ ਐਵੇਂ ਹੀ ਜਪਿਆ, ਐਵੇਂ ਪਰਮਾਤਮਾ ਦਾ ਨਾਮ ਜਪਿਆ, ਰਸਨਾ ਨੂੰ ਮਾਲਾ ਬਣਾ ਕੇ। ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ, ਇਹੀ ਮੇਰੀ ਮਾਲਾ ਹੈ। ਤਾਂ ਇਸ ਕਰਕੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ, ਰਸਨਾ ਨਾਮ ਜਪੋ ਤਬ ਮਥੀਐ। ਮਥੀਐ ਕਹਿੰਦੇ ਰਿੜਕਣ ਨੂੰ, ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਰਿੜਕੋ, ਇਨ ਵਿਦ ਅੰਮ੍ਰਿਤ ਪਾਵੋ। ਗੁਰਬਾਣੀ ਪੜ੍ਹਨ ਨਾਲ ਕੀ ਹੋ ਜਾਂਦਾ, ਸਿਮਰਨ ਕਰਨ ਨਾਲ ਕੀ ਹੋ ਜਾਂਦਾ, ਰਿਪੀਟ ਕਰਨ ਨਾਲ ਕੀ ਹੋ ਜਾਂਦਾ, ਸੇਵਾ ਕਰਨ ਨਾਲ ਕੀ ਹੋ ਜਾਂਦਾ। ਜਿਹੜੇ ਗੁਰੂ ਜਗਾਉਣਾ ਉਹ ਤੇਰੇ 'ਚ ਆ ਜਾਣਗੇ ਬਸ। ਤੇ ਉਦੋਂ ਤੱਕ ਕਰਦਾ ਰਹਿ, ਉਦੋਂ ਤੱਕ ਜਪਦਾ ਰਹਿ, ਜਦੋਂ ਤੱਕ ਤੇਰਾ ਸੁਭਾਅ ਗੁਰੂ ਜੈਸਾ ਹੋ ਹੀ ਨਹੀਂ ਜਾਂਦਾ, ਉਦੋਂ ਤੱਕ ਗੁਰਦੁਆਰੇ ਆਈ ਚੱਲ, ਆਈ ਚੱਲ, ਆਈ ਚੱਲ। ਜਦੋਂ ਤੱਕ ਤੇਰੇ 'ਚ ਹਉਮੈ, ਗੁਰੂ 'ਚ ਹਉਮੈ ਕੋਈ ਨਹੀਂ, ਤੈਨੂੰ ਲੋੜ ਆ ਉਹ ਚੀਜ਼ਾਂ ਕਮਾਉਣ ਦੀ, ਤਾਂ ਸਿੱਖਾ ਇਹ ਸਾਰੀਆਂ ਚੀਜ਼ਾਂ ਬਾਣੀ ਤੈਨੂੰ ਮੁੜ ਮੁੜ ਜਗਾਉਂਦੀ ਆ, ਹਲੂਣਦੀ ਆ। ਪਰ ਤੂੰ ਉਦੋਂ ਜਾਗੇਂਗਾ ਜਦੋਂ ਗੁਰੂ ਸਾਹਿਬ ਦੀ ਕਿਰਪਾ ਦਾ, ਮਿਹਰ ਦਾ ਭਰਿਆ ਹੱਥ ਤੇਰੇ ਸਿਰ 'ਤੇ ਹੋ ਜਾਏਗਾ, ਤੇ ਉਦੋਂ ਤੂੰ ਗੁਰੂ ਜੋਗਾ ਹੋ ਜਾਵੇਂਗਾ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਵਿਦ ਸਾਹਿਬ ਰਵਤ ਰਹਿ। ਕਹਿੰਦੇ ਕਹੇ ਕਹੇ ਕਹਿ ਜਾਵੇ, ਤੁਮ ਸਰ ਅਵਰ ਨ ਕੋਈ। ਦੁਨੀਆ 'ਚ ਬਹੁਤ ਵੱਡੇ ਆਪਦੇ ਆਪ ਨੂੰ ਕਹਾਉਣ ਵਾਲੇ ਹੈਗੇ ਨੇ, ਜਾਂ ਬਹੁਤ ਚੀਜ਼ਾਂ ਹੈਗੀਆਂ ਨੇ ਇੱਕ ਦੂ ਇੱਕ ਚੜ੍ਹਦੀਆਂ,
बहुत चीज़ां ने, पर तेरे नाम की बराबरी नहीं कर सकती। तुम सर अवर ना कोई। बहुत विद्वान हैगे आ, उन्हां दियां किताबां भी हैगियां, पर तेरी बाणी तो उपर कुछ नहीं है। भगतहीन नानक जन जंपै। अखीरली पंक्ति है, हौं सालाही सच्चा सोई। इस करके भगतां ने सब कुछ छड्डता, सब कुछ छड्ड के, छड्डण तो भाव हौमै छड्डती, लालच छड्डिया, काम करना नहीं छड्डिया। काम तां लोड़ सी। कबीर साहब ने कपड़ा बुनना नहीं छड्डिया। भगत नामदेव जी ने कपड़ा छिंबना नहीं छड्डिया। भगत रविदास जी ने जुत्तियां गंढणियां नहीं छड्डियां। भगत धन्ना जी ने गावां मੱਝਾਂ ਚਰਾਉਣੀਆਂ नहीं छड्डियां। बस ਉਹਦੇ ਨਾਲ ਇੱਕ ਚੀਜ਼ ਐਡ ਕਰਤੀ, ਹਉ ਸਲਾਹੀ ਸੱਚਾ ਸੋਈ। ਮੱਝਾਂ ਚਰਾਉਂਦੇ 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 ਰੱਬ ਦਾ ਨਾਮ ਜਪਦੇ ਨੇ, ਹਲ ਵਾਹੁੰਦੇ ਵਾਹੁੰਦੇ ਵਾਹੁੰਦੇ, ਜੁੱਤੀਆਂ ਗੰਢਦੇ ਗੰਢਦੇ ਉਹ ਰੱਬ ਦਾ ਨਾਮ ਜਪਦੇ ਨੇ, ਕੰਮ ਕਰਦੇ ਕਰਦੇ ਰੱਬ ਨੂੰ ਯਾਦ ਕਰਦੇ ਨੇ। ਉਹਨਾਂ 'ਚ ਤੇ ਸਾਡੇ 'ਚ ਫਰਕ ਆ। ਅਸੀਂ ਕੰਮ ਕਰਦੇ ਕੁਝ ਹੋਰ ਸੋਚਦੇ ਹਾਂ, ਉਹ ਕੰਮ ਕਰਦੇ ਉਹਨੂੰ ਯਾਦ ਕਰਦੇ ਆ। ਬਸ ਆਹੀ ਫਰਕ ਆ। ਇਹਦੇ ਲਈ ਆਪਾਂ ਸੰਗਤ ਕਰਦੇ ਹਾਂ ਕਿ ਹਾਥ ਪਾਓ ਕਰ ਕਾਮ ਸਭ, ਚੀਤ ਨਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲੋ, ਰਸਨਾ ਨਾਲ ਉਹਦਾ ਨਾਮ ਜਪੀ ਚੱਲੋ, ਪਰਿਵਾਰ ਵਿੱਚ ਰਹੋ, ਪੈਸਾ ਵੀ ਕਮਾਓ, ਸੋਹਣੇ ਘਰ ਬਣਾਓ, ਆਪਣੀਆਂ ਲੋੜਾਂ ਪੂਰੀਆਂ ਕਰੋ, ਉਹਦਾ ਨਾਮ ਜਪੋ, ਫਿਰ ਹੰਕਾਰ ਨਹੀਂ ਆਵੇਗਾ। ਜੇ ਵਿੱਚੋਂ ਉਹ ਚੀਜ਼ ਨਾਮ ਕੱਢਦੀ, ਉਹ ਜੇ ਕੱਢਤੀ ਉਹਨੂੰ ਬਾਹਰ ਕੱਢਤਾ, ਬਾਹਰ ਰੱਖਦਾ, ਫਿਰ ਬਹੁਤ ਕੁਝ ਗਲਤ ਹੋਵੇਗਾ। ਜੋ ਕਰੋਗੇ ਗਲਤ ਹੀ ਹੋਵੇਗਾ, ਸਹੀ ਨਹੀਂ ਹੋਵੇਗਾ। ਬਸ ਘਰ ਵਿੱਚ ਰਹੋ, ਆਪ ਖੁਸ਼ ਰਹੋ, ਦੂਜਿਆਂ ਨੂੰ ਖੁਸ਼ ਰੱਖੋ। ਆਪ ਜਿਹੜਾ ਹੈ ਪ੍ਰਸੰਨ ਰਹੋ, ਦੂਜਿਆਂ ਨੂੰ ਪ੍ਰਸੰਨ ਰੱਖੋ। ਕਿਸੇ ਨੂੰ ਜੇ ਸੁੱਖ ਨਹੀਂ ਦੇ ਸਕਦੇ, ਇੰਨਾ ਕਰ ਲਓ, ਦੁੱਖ ਵੀ ਨਾ ਦਿਓ, ਦੁੱਖ ਵੀ ਨਾ ਦਿਓ। ਇਸ ਕਰਕੇ ਸਵੇਰੇ ਉੱਠ ਕੇ ਮਾਲਕ ਅੱਗੇ ਅਰਦਾਸ ਕਰੋ, ਵਾਹਿਗੁਰੂ ਬਹੁਤ ਜੀ ਇਸ ਸੰਸਾਰ ਤੋਂ ਚਲੇ ਗਏ, ਅੱਜ ਬਹੁਤਿਆਂ ਦੀ ਅੱਖ ਨਹੀਂ ਖੁੱਲ੍ਹੀ। ਜੇ ਮੇਰੀ ਅੱਖ ਅੱਜ ਖੁੱਲ੍ਹੀ ਆ ਨਾ, ਇਹ ਜ਼ਿੰਦਗੀ ਆ, ਦਿਨ ਨਹੀਂ ਹੈਗਾ, ਤਾਂ ਮੇਰੇ 'ਤੇ ਕਿਰਪਾ ਕਰ। ਇਹ ਜ਼ਿੰਦਗੀ ਨੂੰ ਮੈਂ ਤੇਰਾ ਨਾਮ ਜਪ ਜਪ ਕੇ ਪਰਿਵਾਰ ਵੀ ਪਾਲਾਂ, ਜ਼ਿੰਮੇਵਾਰੀਆਂ ਵੀ ਸਾਂਭਾਂ, ਸਭ ਕੁਝ ਕਰਾਂ, ਅਤੇ ਉਹਦੇ ਵਿੱਚ ਬਸ ਤੇਰੀ ਬੰਦਗੀ ਹੋਵੇ। ਇਹ ਅਰਦਾਸ ਕਰੋ। ਅੱਜ ਦੇ ਦੀਵਾਨ ਵਿੱਚ ਇਤਨਾ ਹੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਗੁਰ ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣੀਏ, ਵੱਡਿਆਂ ਦਾ ਸਤਿਕਾਰ ਕਰੀਏ, ਆਪਣੇ ਤੋਂ ਛੋਟੇ ਬੱਚੇ ਨੇ ਉਹਨਾਂ ਨਾਲ ਪਿਆਰ ਕਰੀਏ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆਰ ਲੈ ਕੇ ਜ਼ਿੰਦਗੀ ਜਿਉਈਏ ਜੀ। ਭੁੱਲ ਚੁੱਕ ਦੀ ਖਿਮਾ। 2 ਮਿੰਟ ਵਾਸਤੇ ਪੂਰੇ ਮਨ ਨਾਲ ਸਾਵਧਾਨ ਹੋ ਕੇ ਸੱਚੇ ਦਿਲੋਂ ਹੀ ਵਾਹਿਗੁਰੂ ਦਾ ਜਾਪ ਕਰਾਂਗੇ। ਆਓ ਜੀ ਹੁਣ ਇਹ ਐਸਾ ਨਿਰਮਲ ਕਰਮ ਕਰਨ ਦਾ ਯਤਨ ਕਰੀਏ ਜੀ। ਵਾਹਿਗੁਰੂ।
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।